PLT ਪੰਜਾਬੀ ਦੇ ਅੱਜ ਦੇ ਇਸ ਵੀਡੀਓ ਸੈਸ਼ਨ ਦੇ ਵਿੱਚ ਮੈਂ ਰਾਜੀਵ ਸ਼ਰਮਾ ਤੁਹਾਡਾ ਮੈਥਸ ਟੀਚਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪਿਆਰੇ ਬੱਚਿਓ, ਅੱਜ ਦਾ ਇਹ ਵੀਡੀਓ ਮੈਥਮੈਟਿਕਸ ਓਲੰਪੀਆਡ ਤੇ ਆਧਾਰਿਤ ਹੈ ਤੇ ਇਸ ਵੀਡੀਓ ਵਿੱਚ ਅਸੀਂ ਕਵਰ ਕਰਾਂਗੇ ਕਲਾਸ 6 ਦਾ ਓਲੰਪੀਆਡ। ਉਮੀਦ ਕਰਦਾ ਹਾਂ ਕਿ ਤੁਸੀਂ ਸਾਰਿਆਂ ਨੇ ਅੱਜ ਦਾ ਇਹ ਪੇਪਰ ਬਹੁਤ ਚੰਗੇ ਤਰੀਕੇ ਨਾਲ ਅਟੈਂਪਟ ਕੀਤਾ ਹੋਵੇਗਾ ਤੇ ਪਿਆਰੇ ਬੱਚਿਓ, ਮੇਰੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ। ਪਿਆਰੇ ਬੱਚਿਓ, ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਨੋਟ ਤੋਂ। ਸਾਡੇ ਕੋਲ ਜੋ ਨੋਟ ਦਿੱਤਾ ਆਇਆ ਹੈ ਉਹ ਲਿਖਿਆ ਹੈ ਕਿ ਹਰ ਇੱਕ ਪ੍ਰਸ਼ਨ ਦਾ 1 ਅੰਕ ਹੋਵੇਗਾ ਤੇ ਹਰ ਇੱਕ ਪ੍ਰਸ਼ਨ ਦੇ ਉੱਤਰ ਲਈ 4 ਵਿਕਲਪ ਵਿੱਚੋਂ ਇੱਕ ਸਹੀ ਵਿਕਲਪ ਅਸੀਂ ਚੁਣਨਾ ਹੈ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਸਾਰਿਆਂ ਨੇ ਇਹ ਨੋਟ ਪੜ੍ਹ ਲਿਆ ਹੋਵੇਗਾ ਤੇ ਇਸ ਨੋਟ ਨੂੰ ਪੜ੍ਹਨ ਤੋਂ ਬਾਅਦ ਹੀ ਤੁਸੀਂ ਅਟੈਂਪਟ ਕਰਨਾ ਸ਼ੁਰੂ ਕੀਤਾ ਹੋਵੇਗਾ। ਸਭ ਤੋਂ ਪਹਿਲਾਂ ਅਸੀਂ ਆਪਣਾ ਡਿਸਟ੍ਰਿਕਟ ਨੇਮ ਭਰਨਾ ਸੀ, ਫਿਰ ਸਟੂਡੈਂਟ ID ਤੇ ਇਹ ਵੀ ਮੈਨੂੰ ਉਮੀਦ ਹੈ ਕਿ ਸਟੂਡੈਂਟ ID ਤੁਸੀਂ ਬਿਲਕੁਲ ਸਹੀ ਭਰੀ ਹੋਏਗੀ। ਤੇ ਸ਼ੁਰੂ ਕਰਦੇ ਹਾਂ ਕੁਐਸਚਨ ਨੰਬਰ 1 ਤੋਂ। ਸਾਡੇ ਕੋਲ ਜੋ ਕੁਐਸਚਨ ਨੰਬਰ 1 ਹੈ ਉਹ ਇਹ ਹੈ ਕਿ ਦਿੱਤੇ ਗਏ ਚਿੱਤਰ ਵਿੱਚ ਇੱਕ ਦੁਕਾਨ ਤੇ ਇੱਕ ਹਫ਼ਤੇ ਦੇ 5 ਦਿਨਾਂ ਵਿੱਚ ਹੋਈ ਵਿਕਰੀ ਨੂੰ ਦਰਸਾਇਆ ਗਿਆ ਹੈ। ਵੀਰਵਾਰ ਅਤੇ ਸ਼ੁੱਕਰਵਾਰ ਨੂੰ ਹੋਈ ਵਿਕਰੀ ਵਿੱਚ ਅੰਤਰ ਪਤਾ ਕਰੋ। ਤੇ ਪਿਆਰੇ ਬੱਚਿਓ, ਇੱਕ ਸਾਡੇ ਕੋਲ ਟੇਬਲ, ਇੱਕ ਸਾਰਣੀ ਦਿੱਤੀ ਹੋਈ ਹੈ ਜਿਸ ਵਿੱਚ 2 ਕਾਲਮ ਹਨ। ਖੱਬਾ ਕਾਲਮ ਜੋ ਕਿ ਦਿਨਾਂ ਨੂੰ ਦਰਸਾਉਂਦਾ ਹੈ ਤੇ ਸੱਜਾ ਕਾਲਮ ਸੇਬਾਂ ਦੀ ਮਾਤਰਾ ਨੂੰ। ਸਾਡੇ ਕੋਲ ਦਿਨ ਦਿੱਤੇ ਹੋਏ ਹਨ ਸੋਮਵਾਰ, ਮੰਗਲਵਾਰ, ਬੁੱਧ, ਵੀਰ ਤੇ ਸ਼ੁੱਕਰ ਤੇ ਸਭ ਤੋਂ ਥੱਲੇ ਸਕੇਲ ਦਿੱਤਾ ਹੋਇਆ ਹੈ। ਸਕੇਲ ਮਤਲਬ ਕਿ ਜੋ ਇੱਕ ਸੇ ਹੈ ਉਹ 4 ਕਿਲੋਗ੍ਰਾਮ ਸੇਬ ਦੀ ਮਾਤਰਾ ਨੂੰ ਦਰਸਾਉਂਦਾ ਹੈ। ਜਿਵੇਂ ਦੇਖੋ ਇੱਥੇ ਸੋਮਵਾਰ ਹੈ, ਸੋਮਵਾਰ ਦੇ ਸਾਹਮਣੇ 3 ਸੇ ਦਿਖਾਈ ਦੇ ਰਹੇ ਹਨ। ਇਸ ਦਾ ਮਤਲਬ ਕੀ ਹੋਇਆ ਕਿ ਇੱਕ ਸੇ 4 ਕਿਲੋਗ੍ਰਾਮ ਸੇਬ ਦੇ ਬਰਾਬਰ ਹੈ। ਸੋ 3 ਸੇਬ ਹਨ, ਸੋ 3 ਗੁਣਾ 4 12 ਕਿਲੋਗ੍ਰਾਮ ਨੂੰ ਦਰਸਾ ਰਿਹਾ ਹੈ। ਸੋ ਇਸੇ ਤਰੀਕੇ ਦੇ ਨਾਲ ਅਸੀਂ ਪਤਾ ਕਰਨਾ ਹੈ ਅੰਤਰ ਵੀਰਵਾਰ ਤੇ ਸ਼ੁੱਕਰਵਾਰ ਦੀ ਸੇਲ ਦਾ। ਸਾਡੇ ਕੋਲ ਜੋ ਵੀਰਵਾਰ ਨੂੰ ਸੇਬ ਦਿਖਾਏ ਗਏ ਹਨ ਉਹ ਹਨ 4 ਸੇਬ। 4 ਸੇਬ ਦਾ ਮਤਲਬ ਕੀ ਹੋ ਗਿਆ? ਕਿਉਂਕਿ ਇੱਕ ਸੇਬ 4 ਕਿਲੋ ਸੇਬ ਦੀ ਮਾਤਰਾ ਨੂੰ ਦਰਸਾਉਂਦਾ ਹੈ ਤਾਂ ਇਸ ਪ੍ਰਕਾਰ ਜਿਹੜੇ 4 ਸੇਬ ਹਨ ਇਹ ਦਰਸਾਉਣਗੇ 4 ਗੁਣਾ 4 ਕਿਲੋਗ੍ਰਾਮ ਮਤਲਬ 16 ਕਿਲੋਗ੍ਰਾਮ। ਠੀਕ ਹੈ, ਹੁਣ ਗੱਲ ਕਰਦੇ ਹਾਂ ਸ਼ੁੱਕਰਵਾਰ ਦੀ। ਸ਼ੁੱਕਰਵਾਰ ਨੂੰ ਦਿਖਾਏ ਗਏ ਹਨ 2 ਸਾਬਤੇ ਸੇਬ ਤੇ 1 ਅੱਧਾ। ਤਾਂ 2 ਸਾਬਤੇ ਸੇਬ ਹੋ ਗਏ 2 ਗੁਣਾ 4। ਇਹਨੂੰ ਆਪਾਂ ਲਿਖਾਂਗੇ ਇੱਥੇ 2 ਗੁਣਾ 4 ਕਿਲੋਗ੍ਰਾਮ ਪਲੱਸ 1 ਅੱਧਾ ਸੇਬ ਦਿਖਾਇਆ ਹੋਇਆ ਹੈ ਤੇ ਅੱਧਾ ਸੇਬ ਦਾ ਮਤਲਬ ਕਿੰਨਾ ਹੋ ਗਿਆ? 2 ਕਿਲੋਗ੍ਰਾਮ। ਸੋ ਇਹ ਹੋ ਗਿਆ ਸਾਡੇ ਕੋਲ ਕੁੱਲ ਮਿਲਾ ਕੇ 10 ਕਿਲੋਗ੍ਰਾਮ। ਤਾਂ ਇਸ ਦਾ ਮਤਲਬ ਇਹ ਹੋਇਆ ਕਿ ਵੀਰਵਾਰ ਨੂੰ 16 ਕਿਲੋ ਸੇਬ ਵਿਕੇ ਸਨ ਤੇ ਸ਼ੁੱਕਰਵਾਰ ਨੂੰ 10 ਕਿਲੋ। ਇਹਨਾਂ ਦਾ ਅੰਤਰ ਕਿੰਨਾ ਹੋਇਆ ਬੇਟਾ? ਅੰਤਰ ਹੋਇਆ 6 ਕਿਲੋਗ੍ਰਾਮ। ਸੋ ਉੱਤਰ ਆਏਗਾ ਇੱਥੇ 6 kg, 6 ਕਿਲੋਗ੍ਰਾਮ। ਅਗਲਾ ਪ੍ਰਸ਼ਨ ਹੈ, ਦੇਖੋ ਜੋੜ ਘਟਾਉਣ ਨਾਲ ਸੰਬੰਧਿਤ ਹੈ, ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਇਹ ਤਾਂ ਅਸੀਂ ਜੋ ਪ੍ਰਾਇਮਰੀ ਲੈਵਲ ਤੋਂ ਹੀ ਕਰਦੇ ਆ ਰਹੇ ਹਾਂ। ਹੁਣ ਦੇਖੋ ਇੱਥੇ ਸਾਡੇ ਕੋਲ 540 ਜਮਾ, ਦੇਖੋ ਜਿਹੜਾ 540 ਹੈ ਉਹ ਧਨਾਤਮਕ ਹੈ। 540 ਕੀ ਹੈ? ਧਨਾਤਮਕ। ਤੇ ਉਸ ਤੋਂ ਬਾਅਦ 2 ਸੰਖਿਆਵਾਂ ਜੋ ਦਿੱਤੀਆਂ ਹਨ ਉਹ ਦੋਨੋਂ ਰਿਣਾਤਮਕ ਹਨ। ਤਾਂ ਅਸੀਂ ਕੀ ਕਰਾਂਗੇ? ਅਸੀਂ ਜੋ ਰਿਣਾਤਮਕ ਸੰਖਿਆਵਾਂ ਨੇ, ਕਿਉਂਕਿ ਦੋਨੋਂ ਰਿਣਾਤਮਕ ਹਨ, ਇਸ ਕਰਕੇ ਇਹਨਾਂ ਨੂੰ ਜੋੜ ਲਾਂਗੇ ਤੇ ਚਿੰਨ੍ਹ ਕਿਹੜਾ ਲੱਗਦਾ ਹੁੰਦਾ ਨਾਲ? ਜਦੋਂ ਚਿੰਨ੍ਹ ਸਮਾਨ ਹੋਣ ਤਾਂ ਹਮੇਸ਼ਾ ਸੰਖਿਆਵਾਂ ਨੂੰ ਜੋੜ ਕਰ ਦਈਦਾ ਹੈ ਤੇ ਚਿੰਨ੍ਹ ਉਹ ਲਗਾਉਣਾ ਹੈ ਜੋ ਨਾਲ ਲੱਗਿਆ ਹੋਇਆ ਹੈ। ਇਸ ਦਾ ਮਤਲਬ ਅਸੀਂ ਇਸ ਨੂੰ ਲਿਖ ਸਕਦੇ ਹਾਂ ਹੁਣ 540 ਜਮਾ -190 -50 ਕਿੰਨਾ ਹੋ ਗਿਆ ਜੀ? ਇਹ -240।
-240। ਹੁਣ ਦੇਖੋ ਕਿ ਆਪਣੇ ਕੋਲ 540 ਵਿੱਚੋਂ ਅਸੀਂ 240 ਘਟਾਉਂਦੇ ਹਾਂ, ਉੱਤਰ ਆਇਆ 300। ਸੋ ਇਸ ਪ੍ਰਕਾਰ ਸਾਡੇ ਕੋਲ ਜੋ ਇਹਦਾ ਉੱਤਰ ਬਣੇਗਾ ਉਹ ਬਣੇਗਾ 300। प्रश्न 3, सब तो छोटी टांक पांच संख्या केड़ी है? प्रश्न है कि सब तो छोटी टांक पांच संख्या केड़ी है। प्यारे बच्चों, ਅਸੀਂ ਇਹ ਦੇਖਣਾ ਕਿ ਜੋ ਸੰਖਿਆਵਾਂ ਸਾਡੇ ਕੋਲ ਨਾ ਇਹ ਆਪਸ਼ਨਸ ਵੀ ਦਿੱਤੀਆਂ ਹੋਈਆਂ ਹਨ, ਉਹ ਟਾਂਕ ਵੀ ਹੋਵੇ ਤੇ ਭਾਜ ਵੀ ਹੋਵੇ। ਠੀਕ ਹੈ। ਸੋ ਸਭ ਤੋਂ ਪਹਿਲਾਂ ਅਸੀਂ ਪੰਜ ਸੰਖਿਆ ਦੇਖਦੇ ਹਾਂ। ਜਿਹੜੀ ਪੰਜ ਹੈ ਇਹ ਟਾਂਕ ਤਾਂ ਜ਼ਰੂਰ ਹੈ, ਲੇਕਿਨ ਇਹ ਅਪਾਜ ਵੀ, ਇਹ ਅਪਾਜ ਹੈ। ਇਹ ਸੰਖਿਆ ਕੀ ਹੈ? ਅਪਾਜ ਸੰਖਿਆ ਹੈ। ਇਸ ਕਰਕੇ ਇਹ ਤਾਂ ਹੋ ਹੀ ਨਹੀਂ ਸਕਦਾ। 21 ਜਿਹੜਾ ਹੈ ਇਹ ਟਾਂਕ ਸੰਖਿਆ ਹੈ। ਠੀਕ ਹੈ, ਇਹ ਟਾਂਕ ਸੰਖਿਆ ਹੈ, ਲੇਕਿਨ ਇਹ ਭਾਜ ਹੈ। 9 टांक संख्या है, भाज है। 15 टांक संख्या है, भाज है। हुण उन्होंने पूछा है कि सब तो छोटी, देखो साडे कोल 21 9 ते 15, इन्हां तिन्नां विच सब तो छोटी संख्या किहड़ी है जो टांक भी होवे ते भाज भी होवे? वो है 9। तो सही उत्तर होएगा 9, 9। नैक्सट है साडे कोल क्वेश्चन नंबर 4, बगैर दोहराते हुए दिते हुए अंक 3091 ਨੂੰ ਵਰਤ ਕੇ 4 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਅਸੀਂ ਬਣਾਉਣੀ ਹੈ। ਤੇ ਫਿਰ ਬੱਚਿਓ ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਜੋ ਸਭ ਤੋਂ ਵੱਡੀ ਸੰਖਿਆ, ਸਭ ਤੋਂ ਵੱਡਾ ਅੰਕ ਹੈ ਜਿਹੜਾ ਸਾਨੂੰ ਦਿੱਤਾ ਹੋਇਆ ਹੈ ਉਹ ਹੈ 9। 9 ਤੋਂ ਬਾਅਦ ਵੱਡਾ ਅੰਕ ਕਿਹੜਾ ਆਉਂਦਾ ਹੈ? 3। 3 ਤੋਂ ਬਾਅਦ 1 ਤੇ 1 ਤੋਂ ਬਾਅਦ 0। ਸੋ ਇਸ ਪ੍ਰਕਾਰ ਸਹੀ ਉੱਤਰ ਹੋਏਗਾ 4th ऑप्शन। प्रश्न 5 है साडे कोल, 1 घंटा किस दे बराबर हुंदा है? मेरे बच्चों, सानू सारिਆਂ ਨੂੰ पता है कि 1 घंटे ਦੇ ਵਿੱਚ ਕਿੰਨੇ ਮਿੰਟ ਹੁੰਦੇ ਹਨ? 60 ਮਿੰਟ। ਤੇ ਹਰ ਇੱਕ ਮਿੰਟ ਦੇ ਵਿੱਚ ਕਿੰਨੇ ਸੈਕਿੰਡ ਹੁੰਦੇ ਹਨ? 60 ਸੈਕਿੰਡ। ਤਾਂ ਉਹ ਸਾਡੇ ਕੋਲ ਉੱਤਰ ਹੋਣਾ ਚਾਹੀਦਾ ਹੈ 60 ਗੁਣਾ 60 ਸੈਕਿੰਡ। ਨੈਕਸਟ ਹੈ ਸਾਡੇ ਕੋਲ, ਇੱਕ ਦਿੱਤੀ ਹੋਈ ਸੰਖਿਆ ਦੇ ਗੁਣਜਾਂ ਦੀ ਸੰਖਿਆ ਕੀ ਹੋਵੇਗੀ? ਪਿਆਰੇ ਬੱਚਿਓ, ਅਸੀਂ ਮਲਟੀਪਲਸ, ਦੇਖੋ ਕੋਈ ਵੀ ਸੰਖਿਆ ਹੈ ਉਸ ਦੇ ਮਲਟੀਪਲਸ ਜਿਹੜੇ ਹੈਗੇ ਆ ਉਹ ਅਸੀਮਿਤ ਹੋ ਸਕਦੇ ਹਨ, ਜਿੰਨੇ ਮਰਜ਼ੀ। ਠੀਕ ਹੈ ਨਾ। ਅਸੀਂ ਹੁਣ ਜੇ ਕੋਈ ਵੀ ਪਹਾੜਾ ਪੜ੍ਹਦੇ ਹਾਂ, ਜ਼ਰੂਰੀ ਨਹੀਂ 10 ਤੱਕ ਹੀ ਪਹਾੜਾ ਹੈ। ਜੇ 2 ਦਾ ਪਹਾੜਾ ਜ਼ਰੂਰੀ ਨਹੀਂ 10 ਤੱਕ ਹੈ, ਉਹਨੂੰ 100 ਤੱਕ, 1000 ਤੱਕ, ਲੱਖ ਤੱਕ, ਬਿਲੀਅਨਸ, ਟ੍ਰਿਲੀਅਨਸ ਤੱਕ, ਜਿੱਥੇ ਮਰਜ਼ੀ ਅਸੀਮਿਤ ਮਲਟੀਪਲਸ ਨੇ ਉਹਦੇ। ਠੀਕ ਹੈ, ਇਸ ਲਈ ਅਸੀਂ ਇਸ ਲਿਖਾਂਗੇ ਅਸੀਮਿਤ। ਉੱਤਰ ਆਏਗਾ ਇੱਥੇ ਅਸੀਮਿਤ। प्रश्न साढ़े को आगे है 7, ਚੱਕਰ ਦੀ ਸਭ ਤੋਂ ਵੱਡੀ ਜੀਵਾ ਡੈਸ਼ ਕਾ ਹੁੰਦੀ ਹੈ? ਦੇਖੋ ਮੇਰੇ ਬੱਚਿਓ, ਆ ਇੱਕ ਚੱਕਰ ਹੈ। ਠੀਕ ਹੈ, ਇਹਦਾ ਇਹ ਸੈਂਟਰ ਪੁਆਇੰਟ ਹੈ, ਕੇਂਦਰ ਬਿੰਦੂ। ਦੇਖੋ ਜੀਵਾ ਜਿਹੜੀ ਹੈ, ਅਸੀਂ ਜਿੱਦਾਂ ਜਿੱਦਾਂ ਸੈਂਟਰ ਵੱਲ ਨੂੰ ਵੱਧਦੇ ਪਏ ਹੈਗੇ ਆ, ਜੀਵਾ ਵੱਡੀ ਹੁੰਦੀ ਜਾ ਰਹੀ ਹੈ। ਜਦੋਂ ਕੇਂਦਰ ਵਿੱਚੋਂ ਜੀਵਾ ਲੰਘਦੀ ਹੈ ਉਹ ਕੀ ਕਹਾਉਂਦੀ ਹੈ? ਵਿਆਸ। ਤਾਂ ਇਸ ਲਈ ਚੱਕਰ ਦੀ ਸਭ ਤੋਂ ਵੱਡੀ ਜੀਵਾ ਹੁੰਦੀ ਹੈ ਵਿਆਸ। प्रश्न 8,
जेकर 185 गुणा 28 5180 होवे, मतलब 5180 होवे, तो 18.5 गुणा 2.8 किस दे बराबर होएगा। प्यारे बच्चों देखो, इत्थे जो दशमलव है उसने एक स्टैप अगे नूं जाना है, राइट हैंड साइड नूं, ठीक है। इस विच एक स्टैप इसने अगे जाना, एक स्टैप इन्हें अगे जाना है। इनू असीं इस तरीके नाल भी लिख सकते हैं तो कि देखो असीं इनू 185 बटा 100 सॉरी 10 गुणा 28 बटा 10, सो ये साढ़े कोल आ गया 5180 बटा 100। सो ये साढ़े कोल आ जाएगा उत्तर हुण 51.80। तो साडा सही उत्तर होएगा सेकंड ऑप्शन। प्रश्न 9 है साढ़े कोल, एक तार के टुकड़े जिसकी लंबाई 12 सम है उसनूं मोड़ के वर्ग बनाया गया है, वर्ग का खेत्रफल की होवेगा। मेरे बच्चों आ एक तार है 12 सम वाली, उसनूं वर्ग का रूप देना है, तो वर्ग की कितनी भुजावां होंदियां हन? 4 बराबर भुजावां होंदियां ना 4 ही। हुण जे असीं 12 नूं 4 दे नाल भाग करदे हां, साडे कोल हर एक भुजा आ जांदी है 3 सम की, ठीक है। 3 सम की 4 ही भुजावां आ जांदियां हन। प्रश्न ये है कि वर्ग का खेत्रफल की होगा। खेत्रफल की होंदा है? भुजा का वर्ग, ठीक है। सो असी लिखते हैं वर्ग का खेत्रफल भुजा का वर्ग। सो 3 का वर्ग 9, उत्तर आएगा साडा 9 सेंटीमीटर स्क्वेयर। प्रश्न 10 है कि एक कार अद्धे घंटे विच 60 किलोमीटर की दूरी तय करती है, 30 किलोमीटर की दूरी तय करने लई कितना समा लगेगा। 60 किलोमीटर की दूरी तय करती है अद्धे घंटे दे विच, ते 30 किलोमीटर जिहड़ा आ उसने किन्ने समय दे विच पूरा करना है। प्यारे बच्चों देखो 60 किलोमीटर उसने तय करना है किन्ने च? अद्धे घंटे च, मतलब 30 मिनट्स। अद्धा घंटा 30 मिनट के बराबर होंदा ना। 1 किलोमीटर 30 बटा 60, तो पूछा कितना होया उन्होंने 7 तो 30 किलोमीटर। सो साढ़े को उत्तर आ जाएगा इसका 30 बटा 60 गुणा 30। असी जीरो कट गया, 3 एकम 3, 3 दूनी 6, ते 15 दूनी 30, 15 मिनट में साढ़े को उत्तर आएगा 15 मिनट्स। क्वेश्चन 11, डेविड ने 12 किलोग्राम सब्जियां खरीदियां, इन्हां विचों 7 किलो 670 ग्राम आलू। डेविड ने 12 किलोग्राम सब्जियां खरीदियां, इन्हां विच 7 किलोग्राम ते 670 ग्राम आलू, 3 किलो ਅਤੇ 42 ग्राम प्याज, बाकी टमाटर हैं, तो टमाटर का भाव पता करना है। फिर बच्चों कुल साढ़े कोल जो सब्जी है वो है 12 किलो। लो जी 12 किलो सब्जी है साढ़े कोल, ठीक है जी। 12 किलो सब्जी है जिस विचों 7 किलो 670 ग्राम, 7 किलो 670 ग्राम आलू ਅਤੇ 3 किलो 42 ग्राम प्याज हैं, तो टमाटर किन्ने होण। इस मतलब यह कि जो सारी सब्जी दे विचों असी इन्हां दोनों सब्जियां दा किहड़ी-किहड़ियां आलू ते प्याज इन्हां दा जिहड़ा जोड़ करके घटा दांगे, साडे कोल टमाटरां दी जिहड़ा भार है वो आ जाएगा। सो ये हो जाएगा अपने कोल 12 माइनस 0 जमा 2 2, 4 जमा 7 11,
7 ਤੇ 10। ਸੋ 10 ਕਿਲੋ 712 ਗ੍ਰਾਮ ਅਸੀਂ ਘਟਾ ਦੇਣੇ ਹੈਗੇ ਆ ਇਹਦੇ ਵਿੱਚੋਂ, ਤੇ ਘਟਾ ਕੇ ਦੇਖ ਲੈਂਦੇ ਹਾਂ ਜੀ ਆਪਾਂ। 10 ਕਿਲੋ 712 ਗ੍ਰਾਮ, 10 ਚੋਂ 2 ਗਏ 8, 9 ਦੇ ਵਿੱਚੋਂ 1 ਗਏ 8, 9 ਵਿੱਚੋਂ 7 ਗਏ 2, ਇੱਥੇ 1 ਰਹਿ ਗਿਆ। ਸੋ 1.288। ਸੋ ਆਹ ਜਿਹੜੀ ਥਰਡ ਆਪਸ਼ਨ ਹੈ ਇਹ ਸਾਡੇ ਕੋਲ ਸਹੀ ਆਪਸ਼ਨ ਹੈ। ਅੱਗੇ ਪ੍ਰਸ਼ਨ ਹੈ ਸਾਡੇ ਕੋਲ 555 ਗੁਣਾ 193 ਮਾਈਨਸ 555 ਗੁਣਾ 93। ਦੇਖੋ ਇਹਦੇ 'ਚ ਸਾਡੇ ਕੋਲ 555 ਕਾਮਨ ਆ ਜਾਂਦਾ ਹੈ, ਗੁਣਾ 193 ਮਾਈਨਸ 93। ਠੀਕ ਹੈ ਜੀ। ਦੇਖੋ 155 ਗੁਣਾ 193 ਸਾਨੂੰ ਦਿੱਤਾ ਹੋਇਆ ਇੱਥੇ, 555 ਗੁਣਾ 93 ਸਾਨੂੰ ਦਿੱਤਾ ਹੋਇਆ, ਵਿੱਚ ਮਾਈਨਸ ਨਿਸ਼ਾਨ ਆ, ਮਾਈਨਸ ਨਿਸ਼ਾਨ ਵਿੱਚ ਲਗਾ ਦਿੱਤਾ ਹੈ। ਸਾਡੇ ਕੋਲ ਆ ਗਿਆ ਹੁਣੇ 555 ਗੁਣਾ 100। ਸੋ ਸਾਡਾ ਕੋਲ ਉੱਤਰ ਹੋਏਗਾ 555 ਦੇ ਅੱਗੇ ਕਿੰਨੇ ਜ਼ੀਰੋ ਲਾ ਦੇਣੀਆਂ 2। ਸੋ ਆਹ ਸਾਡੇ ਕੋਲ ਸਹੀ ਉੱਤਰ ਹੋਏਗਾ, ਆਪਸ਼ਨ ਨੰਬਰ 3। ਉਮੀਦ ਕਰਦਾ ਕਿ ਇੱਥੇ ਤੱਕ ਤੁਹਾਡੇ ਸਾਰਿਆਂ ਦੇ ਸਵਾਲ ਸਹੀ ਹੋ ਗਏ ਹੋਣਗੇ। ਨੈਕਸਟ ਕਰਦੇ ਹਾਂ ਕੁਐਸਚਨ ਨੰਬਰ 13। ਸਾਡੇ ਕੋਲ ਹੈ ਕਿ ਰੇਣੂ 75 ਕਿਲੋਗ੍ਰਾਮ ਅਤੇ 69 ਕਿਲੋਗ੍ਰਾਮ ਭਾਰ ਵਾਲੀਆਂ 2 ਖਾਦ ਦੀਆਂ ਬੋਰੀਆਂ ਖਰੀਦਦੀ ਹੈ। ਭਾਰ ਦੇ ਉਸ ਵੱਟੇ ਦਾ ਅਧਿਕਤਮ ਮਾਨ ਪਤਾ ਕਰੋ ਜੋ ਦੋਹਾਂ ਬੋਰੀਆਂ ਦੇ ਭਾਰਾਂ ਨੂੰ ਪੂਰਾ ਨਾਪ ਸਕੇ। ਮਤਲਬ ਇਹ ਕਿ ਅਸੀਂ ਇਹਨਾਂ ਦੋਨਾਂ ਬੋਰੀਆਂ ਦਾ ਜਿਹੜਾ ਭਾਰ ਹੈ ਇਹਨੂੰ ਜੋੜ ਲੈਣਾ ਹੈ ਪਹਿਲਾਂ। ਲਓ ਜੀ ਜੋੜ ਲੈਂਦੇ ਹਾਂ ਅਸੀਂ। ਸਾਡੇ ਕੋਲ 75 kg प्लस 69 kg कितना हो गया जी? ये 5 ਤੇ 9 4, एक इधर हासिल आ गया, ये हो गया 144 किलोग्राम, 144 किलोग्राम। ਹੁਣ ਦੇਖੋ 144 ਕਿਲੋਗ੍ਰਾਮ ਪੂਰੀ ਤਰ੍ਹਾਂ ਕਿਸ ਨਾਲ ਵੰਡ ਹੁੰਦਾ ਹੈ। ਦੇਖੋ 15 ਦੇ ਪਹਾੜੇ 'ਚ 144 ਨਹੀਂ ਆਉਂਦਾ, 13 ਦੇ ਪਹਾੜੇ 'ਚ 144 ਨਹੀਂ ਆਉਂਦਾ, 3 ਦੇ ਨਾਲ ਇਹ ਦੇਖੋ 3 ਦੀ ਜਿਹੜੀ ਭਾਜਯੋਗਤਾ ਵੀ ਆਪਾਂ ਨੂੰ ਪਤਾ ਨਾ, 1 ਜਮਾ 4 ਜਮਾ 4 9 ਹੈ ਨਾ, ਇਸ ਦਾ ਮਤਲਬ 3 ਦੇ ਨਾਲ ਪੂਰੀ ਤਰ੍ਹਾਂ ਭਾਗ ਹੋ ਜਾਵੇਗਾ। ਤਾਂ ਇਸ ਦਾ ਜਿਹੜਾ ਸਹੀ ਉੱਤਰ ਹੋਏਗਾ ਉਹ ਹੋਏਗਾ 3 ਕਿਲੋਗ੍ਰਾਮ। ਉੱਤਰ ਆਏਗਾ ਇਸ ਦਾ C 3 kg। ਆਓ ਹੁਣ ਇੱਥੇ ਅਸੀਂ ਇਹ ਵੀ ਪਤਾ ਕਰ ਲੈਂਦੇ ਹਾਂ ਕਿ 3 ਕਿਲੋਗ੍ਰਾਮ ਦੇ ਕਿੰਨੇ ਵੱਟੇ ਚਾਹੀਦੇ ਹੋਊਗੇ 144 ਕਿਲੋਗ੍ਰਾਮ ਭਾਰ ਨੂੰ ਤੋਲਣ ਵਾਸਤੇ। ਸੋ 144 ਨੂੰ 3 ਨਾਲ ਭਾਗ ਕਰਕੇ ਦੇਖੀਏ ਆਪਾਂ, 3 ਚੌਕੇ 12, 2 4 ਤੇ 8। ਇਸ ਦਾ ਮਤਲਬ ਇਹ ਹੋਇਆ ਕਿ 3 ਕਿਲੋ ਵਾਲੇ 48 ਵੱਟੇ ਸਾਨੂੰ ਚਾਹੀਦੇ ਹੈਗੇ ਆ 144 ਕਿਲੋਗ੍ਰਾਮ ਨੂੰ ਤੋਲਣ ਵਾਸਤੇ। ਤੇ ਸਹੀ ਉੱਤਰ ਜਿਹੜਾ ਹੈਗਾ ਇਸ ਪ੍ਰਕਾਰ ਸਾਡਾ ਬਣਦਾ ਹੈ C ਆਪਸ਼ਨ, ਮਤਲਬ ਆਪਸ਼ਨ ਨੰਬਰ 3। ਕੁਐਸਚਨ ਨੰਬਰ 14 ਸਾਡੇ ਕੋਲ ਹੈ ਕਿ ਹੇਠਾਂ ਦਿੱਤੇ ਚਿੱਤਰ ਦੁਆਰਾ ਦਰਸਾਈ ਗਈ ਸਮੀਕਰਨ ਕਿਹੜੀ ਹੋਵੇਗੀ ਜੇਕਰ ਪੂਰੇ ਚਿੱਤਰ ਨੂੰ ਇੱਕ ਮੰਨਿਆ ਜਾਵੇ। ਤੇ ਪਿਆਰੇ ਬੱਚਿਓ ਇੱਥੇ ਸਾਡੇ ਕੋਲ ਕੁਐਸਚਨ ਮਾਰਕ ਦੱਸੇ ਹੋਏ ਨੇ, ਕੁਐਸਚਨ ਮਾਰਕ ਪਲੱਸ ਕੁਐਸਚਨ ਮਾਰਕ ਪਲੱਸ ਕੁਐਸਚਨ ਮਾਰਕ ਬਰਾਬਰ ਹੈ ਕੁਐਸਚਨ ਮਾਰਕ। ਮਤਲਬ ਇਹ ਕਿ ਅਸੀਂ ਇੱਥੇ ਪਿੰਨਾਂ ਦਾ ਜੋੜ ਕਰਕੇ ਦੇਖਾਂਗੇ। ਠੀਕ ਹੈ, ਜੋ ਸਾਡੇ ਕੋਲ ਜੋ ਫਸਟ ਪਾਰਟੀਸ਼ਨ ਹੈ, ਠੀਕ ਹੈ, ਜੋ ਫਸਟ ਪਾਰਟ ਹੈ ਓਕੇ, ਦੇਖੋ ਟੋਟਲ ਸਾਡੇ ਕੋਲ ਕਿੰਨੇ ਹਨ 1 2 3 4 5 5 ਭਾਗ ਹਨ ਤੇ ਪੰਜਾਂ ਵਿੱਚੋਂ ਪਰਪਲ ਕਲਰ ਦੇ ਕਿੰਨੇ ਹਨ 2। ਸੋ ਅਸੀਂ ਇਹਨੂੰ ਲਿਖਾਂਗੇ 2/5 ਜਮਾ ਜਿਹੜਾ orange ਕਲਰ ਕਿੰਨਾ ਹੈ 1/5, ਗ੍ਰੀਨ ਕਲਰ ਕਿੰਨਾ ਹੈ 1/5। ਸੋ ਇਹ ਬਰਾਬਰ ਕਿਹਦੇ ਹੋਵੇਗਾ?
सो ये बराबर होएगा 4/5 ਦੇ। ਸੋ ਸਹੀ ਉੱਤਰ ਆਪਣੇ ਕੋਲ ਹੋਏਗਾ ਆਪਸ਼ਨ 3। ਪ੍ਰਸ਼ਨ 15 ਹੈ ਕਿ ਸੀਮਾ ਕੋਲ 100.5 ਰੁਪਏ ਹਨ ਅਤੇ ਉਸਦੇ ਭਰਾ ਅਰੁਣ ਕੋਲ 100.05 ਰੁਪਏ ਹਨ ਤੇ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ। ਦੇਖੋ ਮੇਰੇ ਵਿੱਚੋਂ ਪਹਿਲਾਂ ਤਾਂ ਆਪਾਂ ਇਹ ਦੇਖ ਲਈਏ ਸੀਮਾ ਕੋਲ ਵੱਧ ਪੈਸੇ ਹਨ ਜਾਂ ਅਰੁਣ ਕੋਲ। ਸੀਮਾ ਕੋਲ ਹਨ ਸੀਮਾ ਕੋਲ ਹਨ 100 ਰੁਪਏ ਤੇ 5 मतलब 50 पैसे, जबकि अरुण कोल ਹਨ 100 रुपए ਤੇ 5 पैसे ਤੇ ਇਸ ਪ੍ਰਕਾਰ ਸੀਮਾ ਕੋਲ ਜਿਹੜੇ ਹਨ ਅਰੁਣ ਨਾਲੋਂ ਵੱਧ ਪੈਸੇ ਹਨ। ਸੋ ਅਸੀਂ ਲਿਖਾਂਗੇ ਇੱਥੇ ਸੀਮਾ ਕੋਲ 45 ਪੈਸੇ ਵੱਧ ਹਨ। प्रश्न 16 है कि एक बर्तन ਵਿੱਚ 3 ਲੀਟਰ 650 ਮਿਲੀਲੀਟਰ ਦਹੀਂ ਹੈ। 25 ਮਿਲੀਲੀਟਰ ਸਮਰੱਥਾ ਵਾਲੇ ਕਿੰਨੇ ਗਲਾਸਾਂ ਵਿੱਚ ਇਸ ਨੂੰ ਭਰਿਆ ਜਾ ਸਕਦਾ ਹੈ। ਮੇਰੇ ਬੱਚਿਓ ਪਹਿਲਾਂ ਤਾਂ ਅਸੀਂ ਰਾਸ਼ੀ ਇਹਨਾਂ ਨੂੰ ਸੇਮ ਕਰਨੀ ਹੈ। ਸਾਡੇ ਕੋਲ ਬਰਤਨ ਜਿਹੜਾ ਹੈ ਉਹ 3 ਲੀਟਰ ਤੇ 650 ਮਿਲੀਲੀਟਰ ਉਸ ਵਿੱਚ ਦਹੀਂ ਹੈ। ਤਾਂ ਕੁੱਲ ਆਪਾਂ ਮਿਲੀਲੀਟਰ ਦੇ ਵਿੱਚ ਦਹੀਂ ਆਪਾਂ ਪਤਾ ਕਰ ਲੈਂਦੇ ਪਹਿਲਾਂ। 3 ਲੀਟਰ ਮਤਲਬ ਕਿੰਨਾ ਹੋ ਗਿਆ 3000 ਮਿਲੀਲੀਟਰ जमा 650 मिलीलीटर। ये अपने को हो गया 3650 मिलीलीटर। तो गिलास जोड़ा है वो समर्थ है 25 मिलीलीटर की। तो किन्ने गिलास भर होंगे 3650 ਨੂੰ ਅਸੀਂ भाग कर देंगे किन्ने नाल 25 के नाल। सो 25 एकम 25 11 5 25 चौके 100 ते 25 छिका 150। सो साढ़े को उत्तर आएगा ऑप्शन नंबर 4। प्रश्न है कि हेठ लिखियां विचों किहड़ी संख्या 6 नाल भाजयोग है। 6 नाल भाजयोगता लई सब तो पहला सी 2 अते 3 2 अते 3 नाल भाजयोगता देखनी है। नाल भाजयोगता देखनी है। ठीक है। 2 ਅਤੇ 3 ਨਾਲ ਭਾਜਯੋਗਤਾ ਦੇਖਣੀ ਹੈ। ਦੇਖੋ ਪਹਿਲੀ ਗੱਲ ਤਾਂ ਆਪਾਂ ਇਕਾਈ ਸਥਾਨ ਤੇ ਦੇਖਦੇ ਹਾਂ ਕਿ ਉਹ ਅੰਕ ਜਿਹੜਾ 2 ਦੇ ਨਾਲ ਭਾਗ ਹੁੰਦਾ ਹੈ। ਤਾਂ ਇਸ ਪ੍ਰਕਾਰ 2682 ਵੀ ਭਾਗ ਹੋ ਸਕਦਾ 2 ਨਾਲ। ਉਸ ਤੋਂ ਬਾਅਦ 2084 ਵੀ 2056 ਵੀ। ਤੇ ਇਹ ਸਾਰੇ ਜਿਹੜੇ ਨੇ ਇਹ 2 ਨਾਲ ਭਾਗ ਹੁੰਦੇ ਹਨ। ਹੁਣ ਗੱਲ ਇਹ ਕਿ ਕੀ ਇਹ 3 ਨਾਲ ਵੀ ਭਾਗ ਹੁੰਦੇ ਹਨ। 3 ਦੇ ਨਾਲ ਭਾਜਯੋਗਤਾ ਆਪਾਂ ਦੇਖੀਦਾ ਹੈ ਕਿ ਇਹਨਾਂ ਅੰਕਾਂ ਨੂੰ ਜੋੜ ਦੇਣਾ ਹੈਗਾ ਆ। देखो जिमें 2 जमा 5 0 जमा 5 जमा 6 कितने हो गए ये 7 जमा 6 13 2 जमा 8 जमा 4 12 2 जमा 0 जमा 8 जमा 4 12 ते 2 जमा 6 जमा 8 जमा 2 2 जमा 6 8 8 16 16 2 18।
ਸੋ 2 ਜਮਾ 0, 8 ਜਮਾ 4 12 ਤੇ ਇੱਥੇ ਨੇ 14। ਤਾਂ ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ 18 ਜਿਹੜਾ ਹੈ ਇਹ 3 ਦੇ ਨਾਲ ਭਾਜ ਹੋ ਜਾਂਦਾ ਹੈ। ਸੋ ਇਸ ਪ੍ਰਕਾਰ ਸਹੀ ਉੱਤਰ ਹੋਏਗਾ ਆਪਸ਼ਨ ਨੰਬਰ 4। ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਜੋ ਕਿ 12, 15 ਅਤੇ 20 ਨਾਲ ਪੂਰੀ ਤਰ੍ਹਾਂ ਵੰਡ ਹੋ ਜਾਵੇ। ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ, ਐਲਸੀਐਮ ਪਤਾ ਕਰਾਂਗੇ। ਕਿਹਦਾ? 12, 15 ਤੇ 20 ਦਾ। 2 ਛਿੱਕੇ 12, 15 ਤੇ ਲਿਖ ਲਾਂਗੇ, ਇੱਥੇ 10 ਲਿਖ ਲਾਂਗੇ ਜੀ। ਫਿਰ 2 ਨਾਲ 2 ਤੀਆ 6, 15 ਤੇ 5, ਫਿਰ 3 ਦੇ ਨਾਲ 1, 5, 5 ਤੇ 5 ਦੇ ਨਾਲ। ਸੋ 2 ਦੂਣੀ 4, 4 ਤੀਏ 12, 12 ਪੰਜੇ 60। ਹੁਣ ਅਸੀਂ ਇਹ ਦੇਖਣਾ ਹੈ ਕਿ ਇਹਨਾਂ ਵਿੱਚੋਂ ਕਿਹੜੀ ਸੰਖਿਆ ਹੈ ਜਿਹੜੀ ਕਿ 60 ਦੇ ਨਾਲ ਭਾਗ ਹੁੰਦੀ ਹੈ। ਦੇਖੋ ਤਾਂ ਜਰਾ ਭਾਗ ਕਰਕੇ 9 9 9 0 60 ਦੇ ਨਾਲ 2 3 ਤੀਆ 9 3 ਤੀਆ 9 3 ਤੀਆ 9 100 ਇਹ ਭਾਗ ਨਹੀਂ ਹੁੰਦੀ। 9000 ਨੂੰ ਦੇਖੋ ਤਾਂ ਭਾਗ ਕਰਕੇ 60 ਨਾਲ 15 ਛਿੱਕੇ 90 ਤੇ 0 150। तो इस प्रकार उत्तर अपने को रहेगा ऑप्शन नंबर 2। फिर बच्चों प्रश्न नंबर जो 19 है ਉਹਦੇ ਵਿੱਚ ਇਹ ਹੈ ਕਿ ਅਸੀਂ ਨਾ ਪਹਿਲਾਂ ਦੋਨਾਂ ਨੂੰ ਜੋੜ ਦੇਣਾ ਹੈ। ਤਾਂ 85.75 ਅਤੇ 5.9 ਦੇ ਜੋੜ ਵਿੱਚੋਂ 29.375 ਨੂੰ ਘਟਾਉਣਾ ਹੈ। ਤਾਂ ਸਭ ਤੋਂ ਪਹਿਲਾਂ ਕੀ ਕਰਾਂਗੇ, ਅਸੀਂ ਇਹਨਾਂ ਦੋਨੋਂ ਦਸ਼ਮਲਵ ਸੰਖਿਆਵਾਂ ਨੂੰ ਜੋੜ ਦਿੰਦੇ ਹਾਂ। ਇਹਨਾਂ ਦੋਨਾਂ ਨੂੰ और जोड़ के देख लेने हैं। 85.75 ते 5.9 5 16 11 9 ये साढ़े को आ गया 91.65। हूँ इस विचों ਆਪਾਂ घटाना है 29.375। सो 91.65 29.375। ਹੁਣ ਇੱਥੇ ਅਸੀਂ 0 ਲਿਖ ਲੈਣਾ ਹੈ। ਸਾਰੀਆਂ ਥਾਵਾਂ ਭਰ ਲੈਣੀਆਂ। 10 ਵਿੱਚੋਂ 5 ਗਏ 5, 14 ਵਿੱਚੋਂ 7 ਗਏ 7 ਤੇ 15 ਇੱਥੇ ਆ ਗਿਆ 5, 5 ਵਿੱਚੋਂ 3 ਗਏ 2, 11 ਵਿੱਚੋਂ 9 ਗਏ 2, ਇੱਥੇ ਆ ਗਏ 8, 8 ਚੋਂ 8 ਦੇ ਵਿੱਚੋਂ 2 ਗਏ 6। ਸੋ 62.275 ਸਾਡੇ ਕੋਲ 19 ਦਾ। ਸੋ ਆਪਸ਼ਨ ਨੰਬਰ ਏ ਸਹੀ ਆਪਸ਼ਨ ਹੈ। ਮਨੀਤਾ 1 ਮਿੰਟ ਵਿੱਚ 28 ਸ਼ਬਦ ਮਿੰਟ ਟਾਈਪ ਕਰਦੀ ਹੈ ਤੇ ਇਸ ਦਰ ਨਾਲ ਉਹ 5.5 ਮਿੰਟ ਵਿੱਚ ਕਿੰਨੇ ਸ਼ਬਦ ਟਾਈਪ ਕਰੇਗੀ ਪ੍ਰਤੀ ਮਿੰਟ। ਮਤਲਬ ਹਰ 1 ਮਿੰਟ ਦੇ ਵਿੱਚ 28 ਸ਼ਬਦ। ਸੋ 1 ਮਿੰਟ ਦੇ ਵਿੱਚ 28 ਸ਼ਬਦ 5.5 ਮਿੰਟ ਦੇ ਵਿੱਚ ਕੀ ਹੋਏਗਾ 28 ਗੁਣਾ 5.5। ਦੇਖ ਲਓ ਹੁਣ ਗੁਣਾ ਕਰਕੇ ਇਸ ਨੂੰ 28 ਨੂੰ ਅਸੀਂ 5 ਨਾਲ ਗੁਣਾ ਕਰਦੇ ਹਾਂ 5.5 ਨਾਲ। ਸੋ 5 8 40 5 8 40 ਤੇ 2 5 8 40 ਤੇ 5 दूनी 10 ਤੇ 4 14 0 4 5 ਤੇ 1 ਤੇ ਇੱਥੇ ਦਸ਼ਮਲਵ ਲੱਗੇਗਾ। ਸੋ 154 ਉੱਤਰ ਆਏਗਾ ਆਪਣੇ ਕੋਲ 154। तो सही उत्तर ਜਿਹੜਾ ਹੈ ਆਪਸ਼ਨ ਨੰਬਰ 3 ਆਏਗਾ। ਨੈਕਸਟ ਹੈ ਸਾਡੇ ਕੋਲ ਦਿੱਤੇ ਗਏ ਚਿੱਤਰ ਵਿੱਚ x ਹੇਠਾਂ ਲਿਖੀਆਂ ਵਿੱਚੋਂ ਕਿਹੜੀ ਸੰਖਿਆ ਨੂੰ ਦਰਸਾ ਰਿਹਾ ਹੈ। ਸੰਖਿਆ ਰੇਖਾ ਆਪਾਂ ਦੇਖਦੇ ਹਾਂ 18 ਤੇ 36
1 2 3 4 5 6 7 8 ਤੇ 9। ਇਸ ਦਾ ਮਤਲਬ ਇਹ ਹੋਇਆ ਕਿ ਜੋ ਹਰ ਇੱਕ ਭਾਗ ਹੈ ਉਹ 2 ਸਟੈਪਸ ਨੂੰ ਦਰਸਾ ਰਿਹਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਇੱਥੇ 18, ਫਿਰ ਇੱਥੇ 16, ਇੱਥੇ 14 12, ਠੀਕ ਹੈ ਨਾ। ਬਟ ਇੱਥੇ ਇਸ ਨੂੰ 36 ਹੈ ਨਾ, ਤੇ ਇਸ ਨੂੰ ਆਪਾਂ ਲਿਖਾਂਗੇ, ਇੱਥੇ ਵੱਧਦੇ ਪਏ ਆ 36, ਇਹ ਤਾਂ ਵਧਾਉਂਦੇ ਪਏ ਆ ਇਸ ਨੂੰ। ਇਸ ਕਰਕੇ ਇਸ ਨੂੰ ਧਿਆਨ ਨਾਲ ਅਸੀਂ ਇਹਨੂੰ ਸੰਖਿਆ ਰੇਖਾ ਇਸ ਤਰੀਕੇ ਨਾਲ ਬਣਾਈ ਹੋਈ ਹੈ ਕਿ 18, ਇੱਥੇ 20 ਆ ਗਿਆ, 22 24 26 28, ਉਸ ਤੋਂ ਬਾਅਦ 30 32 34 36 38 40 42 ਤੇ 44। ਸੋ ਉੱਤਰ ਆਏਗਾ 44। ਦਿੱਤੀਆਂ ਗਈਆਂ ਆਕ੍ਰਿਤੀਆਂ ਦਾ ਤ੍ਰਿਭੁਜ ਕਿੰਨੇ ਪ੍ਰਤੀਸ਼ਤ ਹਨ? What percent of the given shapes are triangle? ਦੇਖੋ ਇਹਦੇ ਵਿੱਚ ਪਹਿਲਾਂ ਤਾਂ ਆਪਾਂ ਤ੍ਰਿਭੁਜ ਆਕ੍ਰਿਤੀਆਂ ਜਿਹੜੀਆਂ ਉਹ ਦੇਖਣੀ ਕਿੰਨੀਆਂ ਹਨ। ਸਾਡੇ ਕੋਲ ਹੈ 1 2 3 ਤਿੰਨ ਹੀ ਨੇ। ਸੋ 3 ਆਊਟ ਆਫ ਕਿੰਨੇ ਚੋਂ ਆ? 1 2 3 4 5 6 7 8 9 10 11 12 12 ਦਾ ਪ੍ਰਤੀਸ਼ਤ ਪਤਾ ਕਰਨਾ, ਗੁਣਾ 100% ਕਰ ਦਿਓ। 3 ਚੌਕੇ 12, ਇੱਥੇ 25 ਆ ਗਿਆ ਜੀ। ਸੋ ਉੱਤਰ ਸਾਡੇ ਕੋਲ ਆਏਗਾ 25%। ਨੈਕਸਟ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਹੈ? ਵਿਚ ਆਫ ਦਾ ਫੋਲੋਇੰਗ ਇਜ਼ ਕਰੈਕਟ? ਸਭ ਤੋਂ ਪਹਿਲਾਂ ਦਿਖਾਇਆ ਗਿਆ ਹੈ ਕਿ 2 - 2 ਨਾਲ ਤੋਂ ਵੱਡਾ ਹੈ, ਸਹੀ ਹੈ। -4 2 ਤੋਂ ਵੱਡਾ ਹੈ, ਗਲਤ ਦਿਖਾਇਆ ਹੋਇਆ ਹੈ। -4 -2 ਤੋਂ ਵੱਡਾ ਗਲਤ ਹੈ। -4 4 ਤੋਂ, ਇਸ ਲਈ ਸਹੀ ਉੱਤਰ ਸਾਡੇ ਕੋਲ ਹੋਏਗਾ ਆਪਸ਼ਨ ਨੰਬਰ 1। ਪ੍ਰਸ਼ਨ 24 ਹੈ, ਹੇਠ ਲਿਖਿਆਂ ਵਿੱਚੋਂ ਕਿਹੜੀ ਭਿੰਨ 0 ਦੇ ਸਭ ਤੋਂ ਨੇੜੇ ਹੈ? ਕਿਹੜੀ ਭਿੰਨ ਸਭ ਤੋਂ ਨੇੜੇ ਹੈ? ਤਾਂ ਉਹਦੇ ਲਈ ਅਸੀਂ ਕੀ ਕਰਾਂਗੇ? ਸਭ ਤੋਂ ਪਹਿਲਾਂ ਤਾਂ ਅਸੀਂ ਇਹਨਾਂ ਦੇ ਹਰ ਜਿਹੜੇ ਹੈਗੇ ਉਹ ਸਮਾਨ ਕਰ ਲੈਣੇ ਹਨ, ਠੀਕ ਹੈ। ਦੇਖੋ ਸਾਡੇ ਕੋਲ ਇੱਥੇ ਹੈ 5/12, ਇਹਨੂੰ 2/12 ਨੂੰ ਕਿਵੇਂ ਲਿਖਾਂਗੇ ਅਸੀਂ? 3 ਨੂੰ ਕਿਹਨਾਂ ਗੁਣਾ ਕਰਾਂਗੇ? 4 ਦੇ ਨਾਲ। ਜੇ ਥੱਲੇ 4 ਨਾਲ ਕਰਾਂਗੇ ਤਾਂ ਉੱਪਰ ਵੀ 4 ਨਾਲ ਕਰਾਂਗੇ, ਇਹ ਬਣ ਜਾਏਗਾ 4 ਦੂਣੀ 8, 3 ਚੌਕ 12। ਇੱਥੇ ਕੀ ਕਰਾਂਗੇ ਅਸੀਂ? ਹੁਣ 6 ਹੈ ਨਾ, 6 ਨੂੰ 12 ਕਰਨ ਵਾਸਤੇ 2 ਨਾਲ ਗੁਣਾ ਕਰਾਂਗੇ। ਸੋ ਇਹ ਹੋ ਜਾਏਗਾ ਹੁਣ 6 ਗੁਣਾ 12 ਗੁਣਾ 2, ਥੱਲੇ ਆ ਗਿਆ 12। ਹੁਣ ਉੱਪਰ ਕਰਾਂਗੇ 5 ਨੂੰ ਵੀ 2 ਨਾਲ ਗੁਣਾ 10। ਹੁਣ ਇਹਦੀ ਗੱਲ ਕਰਦੇ ਹਾਂ ਅਸੀਂ। 3/4 ਹੈ, ਇਸ ਨੂੰ ਲਿਖ ਸਕਦੇ ਹਾਂ ਅਸੀਂ 9/12, ਤਾਂ ਕਿ 4 ਨੂੰ 3 ਨਾਲ ਗੁਣਾ ਕੀਤਾ 12 ਬਣ ਗਿਆ, 3 ਨੂੰ 3 ਨਾਲ ਗੁਣਾ ਕੀਤਾ 9 ਬਣ ਗਿਆ। ਹੁਣ ਸਾਡੇ ਕੋਲ 0 ਦੇ ਲਾਗੇ ਕਿਹੜਾ ਹੈ? 0 ਦੇ ਸਭ ਤੋਂ ਨੇੜੇ ਕਿਹੜਾ ਹੈ? ਸੋ ਅਸੀਂ ਇਸ ਨੂੰ ਹੁਣ ਦੇਖੋ ਘੱਟ ਦੇ ਕ੍ਰਮ ਵਿੱਚ ਲਿਖ ਲੈਂਦੇ ਹਾਂ। ਸਭ ਤੋਂ ਵੱਡਾ ਅੰਸ਼ 10, ਇਸ ਲਈ ਸਭ ਤੋਂ ਵੱਡਾ, ਇਹ ਸਭ ਤੋਂ ਵੱਡਾ ਜੀ। ਅਸੀਂ ਇਸ ਤਰੀਕੇ ਨਾਲ ਲਗਾ ਰਹੇ ਹਾਂ ਜੀ, ਸਭ ਤੋਂ ਵੱਡਾ। ਇਸ ਤੋਂ ਛੋਟਾ 9/12, ਇਸ ਤੋਂ ਛੋਟਾ 8/12 ਤੇ ਸਭ ਤੋਂ ਛੋਟਾ ਭਿੰਨ ਹੋ ਗਈ 5/12। ਸੋ ਇਸ ਪ੍ਰਕਾਰ ਜੋ 5/12 ਹੈ ਇਹ 0 ਦੇ ਨਜ਼ਦੀਕ ਹੈ, ਕਲੋਜ਼ੈਸਟ ਹੈ। ਕੁਐਸਚਨ ਨੰਬਰ 25 ਸਾਡੇ ਕੋਲ ਹੈ ਕਿ ਦਿੱਤੀ ਗਈ ਲੜੀ ਵਿੱਚ ਖਾਲੀ ਥਾਂ ਭਰਨੀ। ਫਿਰ ਵਿੱਚੋਂ ਇੱਥੇ ਖਾਲੀ ਥਾਂ ਅਸੀਂ ਭਰਨੀ ਹੈ, ਠੀਕ ਹੈ। ਤੇ ਇਹਦੇ ਵਿੱਚ ਅਸੀਂ ਕੀ ਕਰਾਂਗੇ? ਆਪਾਂ ਇਸ ਲੜੀ ਨੂੰ ਦੇਖਦੇ ਹਾਂ ਕਿ ਇਹ ਲੜੀ ਦਾ ਪੈਟਰਨ ਕੀ ਹੈ। ਦੇਖਦੇ ਹੀ ਸਾਨੂੰ ਪਤਾ ਲੱਗਦਾ ਹੈ ਕਿ ਜੇ ਅਸੀਂ ਆਲਟਰਨੇਟ ਨੰਬਰਸ ਲੈ ਲੈਂਦੇ ਹਾਂ, ਡਿਜਿਟਸ ਲੈ ਲੈਂਦੇ ਹਾਂ। ਦੇਖੋ ਹੁਣ 1 5 9, ਇੱਥੇ ਕੀ ਆਏਗਾ? 1 ਦੇ ਵਿੱਚ 4 ਜੋੜੇ 5, 5 ਦੇ ਵਿੱਚ 4 ਜੋੜੇ 9, 9 ਦੇ ਵਿੱਚ 4 ਜੋੜਾਂਗੇ 13 ਆਏਗਾ ਇੱਥੇ।
ਸੋ ਸਾਡੇ ਕੋਲ ਸਹੀ ਉੱਤਰ ਹੋਏਗਾ ਆਪਸ਼ਨ ਨੰਬਰ 4। ਤੇ ਫਿਰ ਵਿੱਚੋਂ ਅੱਗੇ ਪ੍ਰਸ਼ਨ ਨੰਬਰ 26 ਸਾਡੇ ਕੋਲ ਹੈਗਾ ਕਿ ਪ੍ਰਸ਼ਨ ਨੰਬਰ 26 ਹੈ ਸਾਡੇ ਕੋਲ, ਰਾਹੁਲ ਇੱਕ ਆਰੰਭਕ ਬਿੰਦੂ ਤੋਂ ਪੂਰਬ ਦਿਸ਼ਾ ਵੱਲ ਚੱਲਦਾ ਹੈ। ਉਹ ਕੁਝ ਦੂਰ ਚੱਲਣ ਤੋਂ ਬਾਅਦ ਆਪਣੇ ਸੱਜੇ ਹੱਥ ਮੁੜ ਜਾਂਦਾ ਹੈ ਅਤੇ ਫਿਰ ਚੱਲਦਾ ਹੈ। ਦੱਸੋ ਹੁਣ ਉਹ ਕਿਸ ਦਿਸ਼ਾ ਵੱਲ ਚੱਲ ਰਿਹਾ ਹੈ? ਰਾਹੁਲ ਇੱਕ ਆਰੰਭਕ ਬਿੰਦੂ ਤੋਂ ਪੂਰਬ, ਲੋ ਅਸੀਂ ਪਹਿਲਾਂ ਇੱਥੇ ਇੱਕ ਦਿਸ਼ਾਵਾਂ ਲਾ ਲੈਂਦੇ ਹਾਂ, ਨੌਰਥ, ਸਾਊਥ, ਈਸਟ, ਵੈਸਟ। ਆਰੰਭਕ ਬਿੰਦੂ ਤੋਂ ਪੂਰਬ ਦਿਸ਼ਾ ਵੱਲ, ਉੱਤਰ, ਦੱਖਣ, ਪੂਰਬ, ਪੱਛਮ, ਪੂਰਬ ਦਿਸ਼ਾ ਵੱਲ ਚੱਲਦਾ ਹੈ। ਉਹ ਕੁਝ ਦੂਰ ਚੱਲਣ ਤੋਂ ਬਾਅਦ ਆਪਣੇ ਸੱਜੇ ਪਾਸੇ ਮੁੜ ਜਾਂਦਾ ਹੈ। ਤਾਂ ਪੂਰਬ ਤੋਂ ਸੱਜੇ ਪਾਸੇ ਮਤਲਬ ਇੱਧਰ ਨੂੰ ਤੁਰਿਆ ਸੀਗਾ, ਉਹਦਾ ਸੱਜਾ ਪਾਸਾ ਇੱਧਰ ਹੀ ਹੋਇਆ, ਇੱਧਰ ਮੁੜ ਗਿਆ, ਹਾਂਜੀ ਮੁੜ ਜਾਂਦਾ ਹੈ ਅਤੇ ਫਿਰ ਚੱਲਦਾ ਹੈ। ਦੱਸੋ ਹੁਣ ਉਹ ਕਿਸ ਦਿਸ਼ਾ ਵਿੱਚ ਚੱਲ ਰਿਹਾ ਹੈ? ਤਾਂ ਹੁਣ ਇਸ ਵੇਲੇ ਵੀ ਉਹ ਫਿਰ ਵਿੱਚੋਂ ਸਾਊਥ ਦਿਸ਼ਾ ਵਿੱਚ ਚੱਲ ਰਿਹਾ ਹੈ। ਸੋ ਸਹੀ ਉੱਤਰ ਆਏਗਾ ਦੱਖਣ, ਆਪਸ਼ਨ ਨੰਬਰ 3। ਇੱਕ ਵਾਰੀ ਫਿਰ ਤੋਂ, ਰਾਹੁਲ ਇੱਕ ਆਰੰਭਕ ਬਿੰਦੂ ਤੋਂ ਪੂਰਬ ਦਿਸ਼ਾ ਵੱਲ ਚੱਲਦਾ ਹੈ। ਸੋ ਇੱਥੇ ਇਹ ਆਰੰਭਕ ਬਿੰਦੂ ਹੈ, 0 ਪਰ ਲਾ ਲੈਂਦੇ ਹਾਂ। ਇੱਥੋਂ ਉਹ ਪੂਰਬ ਵੱਲ ਚੱਲ ਰਿਹਾ ਸੀਗਾ। ਉਸ ਤੋਂ ਬਾਅਦ ਉਸਦਾ ਜਿਹੜਾ ਸੱਜਾ ਹੱਥ ਹੈ ਉੱਧਰ ਪੈਂਦਾ ਹੈ ਸਾਊਥ, ਦੱਖਣ, ਤੇ ਦੱਖਣ ਵੱਲ ਨੂੰ ਮੁੜ ਜਾਂਦਾ ਉਹ। ਤੇ ਇਸ ਮਤਲਬ ਇਹ ਹੋਇਆ ਕਿ ਦੱਖਣ ਵੱਲ ਨੂੰ ਉਹ ਚੱਲਦਾ ਪਿਆ ਹੈ। ਨੈਕਸਟ ਹੈ ਸਾਡੇ ਕੋਲ, ਹੇਠ ਲਿਖੀਆਂ ਵਿੱਚੋਂ ਕਿਸ ਚਿੱਤਰ ਦਾ ਦਰਪਣ ਪ੍ਰਤੀਬਿੰਬ ਬਿਲਕੁਲ ਇਸ ਦੇ ਵਰਗਾ ਹੀ ਹੋਵੇਗਾ? ਫਿਰ ਵਿੱਚੋਂ ਅਸੀਂ ਜੇ ਇਹਨਾਂ ਆਕ੍ਰਿਤੀਆਂ ਨੂੰ ਦਰਪਣ ਵਿੱਚ ਦੇਖਦੇ ਹਾਂ, ਸ਼ੀਸ਼ੇ ਵਿੱਚ ਦੇਖਦੇ ਹਾਂ, ਲੁਕਿੰਗ ਗਲਾਸ ਦੇ ਵਿੱਚ, ਮਿਰਰ ਵਿੱਚ ਦੇਖਦੇ ਹਾਂ, ਤਾਂ ਉਹ ਹੂਬਹੂ ਉਹਦੇ ਵਰਗਾ ਹੀ ਹੋਵੇ, ਉਸ ਵਸਤੂ ਵਰਗਾ ਹੀ। ਇਹਨਾਂ ਵਿੱਚੋਂ ਉਹ ਕਿਹੜੀ ਆਕ੍ਰਿਤੀ ਹੈ? ਫਿਰ ਵਿੱਚੋਂ ਉਹਨਾਂ ਵਿੱਚ ਉਹ ਆਕ੍ਰਿਤੀ ਹੈ ਐਸ ਤ੍ਰਿਭੁਜ ਦੀ। ਸੋ ਡੀ ਸਾਡੇ ਕੋਲ ਸਹੀ ਆਪਸ਼ਨ ਹੋਏਗਾ। ਦਿੱਤੇ ਗਏ ਚਿੱਤਰ ਵਿੱਚ ਇੱਕ ਪਾਰਦਰਸ਼ੀ ਸ਼ੀਟ ਇੱਕ ਡਿਜ਼ਾਈਨ ਅਤੇ ਇੱਕ ਦਾਣੇਦਾਰ ਲਾਈਨ ਨਾਲ ਦਿਖਾਈ ਗਈ ਹੈ। ਹੇਠ ਲਿਖੀਆਂ ਵਿੱਚੋਂ ਕਿਹੜਾ ਚਿੱਤਰ ਇਸ ਸ਼ੀਟ ਨੂੰ ਇਸ ਦਾਣੇਦਾਰ ਲਾਈਨ 'ਤੇ ਮੋੜਨ 'ਤੇ ਪ੍ਰਾਪਤ ਆਕ੍ਰਿਤੀ ਨੂੰ ਦਰਸਾ ਰਿਹਾ ਹੈ?